ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਕੁਝ ਜੁੜੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ। ਗੱਲਬਾਤ ਕਰਾਂਗੇ ਕਿ ਪ੍ਰਗਟ ਸਿੰਘ ਦੇ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡਾ ਸਿਆਸੀ ਧਮਾਕਾ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਆਪਣੇ ਕੁਝ ਮੰਤਰੀ, ਆਪਣੀ ਸਰਕਾਰ ਤੇ ਆਪਣੇ ਹੀ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲਿਆ। ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ। ਖਾਸ ਕਰਕੇ ਸਵਾਲ ਇਹ ਵੀ ਪੈਦਾ ਹੋ ਗਿਆ ਕਿ ਜਾਣ ਵਾਲੇ ਨੇ ਆਪ ਦੇ ਵਿੱਚ ਪ੍ਰਗਟ ਸਿੰਘ, ਜੇ ਜਾਣ ਵਾਲੇ ਨੇ ਤੇ ਕਦੋਂ ਜਾਣ ਵਾਲੇ ਨੇ, ਕਿਉਂਕਿ ਉਹਨਾਂ ਨੇ ਪਹਿਲਾਂ ਇਹ ਗੱਲ ਕਹੀ ਕਾਂਗਰਸ ਛੱਡਣ ਦੇ ਸਵਾਲ ਤੇ ਕਿ ਨਾ ਤਾਂ ਮੈਂ ਹਾਰਡ ਲਾਈਨਰ ਕਾਂਗਰਸੀਆਂ ਤੇ ਨਾ ਹੀ ਮੈਂ ਹਾਰਡ ਲਾਈਨਰ ਅਕਾਲੀ ਦਲ ਵਾਲਾ। ਤਾਂ ਇਸ ਤੋਂ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਤੇ ਅਸੀਂ ਤੁਹਾਨੂੰ ਇੱਕ ਗੱਲ ਖੋਲ ਕੇ ਦੱਸਾਂਗੇ ਕਿ ਕਿਸ ਤਰੀਕੇ ਦੀ ਹੁਣ ਆਉਣ ਵਾਲੀ ਪਰਿਸਥਿਤੀ ਪ੍ਰਗਟ ਸਿੰਘ ਦੇ ਲਈ ਖੜੀ ਹੋ ਗਈ ਹੈ। ਤਾਂ ਉੱਥੇ ਹੀ ਪ੍ਰਗਟ ਸਿੰਘ ਦੇ ਉੱਪਰ ਇੱਕ ਵੱਡਾ ਐਕਸ਼ਨ ਹੋਣ ਵਾਲਾ ਹੈ। ਪਾਰਟੀ ਕਾਰਵਾਈ ਕਰਨ ਵਾਲੀ ਹੈ। ਹਰੀਸ਼ ਰਾਵਤ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਕੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਪ੍ਰਗਟ ਸਿੰਘ ਤੇ ਕੀ ਕਾਰਵਾਈ ਹੋਵੇਗੀ ਕਿ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ, ਜਿਸ ਕਰਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਕਿਆਸਰਾਈਆਂ ਸ਼ੁਰੂ ਹੋਈਆਂ ਨੇ। ਰਾਵਤ ਦੇ ਵੱਡੇ ਬਿਆਨ ਨੇ ਵੱਡੀ ਚਰਚਾ ਛੇੜ ਦਿੱਤੀ ਹੈ। ਕੀ ਹੈ ਰਾਵਤ ਦਾ ਵੱਡਾ ਬਿਆਨ, ਉਸ ਤੇ ਵਿਚਾਰ ਚਰਚਾ ਕਰਾਂਗੇ। ਤੇ ਉਸ ਤੋਂ ਬਾਅਦ ਪ੍ਰਗਟ ਸਿੰਘ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਲਟਵਾਰ ਕੀਤਾ। ਕੀ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ, ਕਿਸ ਤਰੀਕੇ ਦੇ ਨਾਲ ਸਿੱਧੇ ਤੌਰ ਤੇ ਸੰਕੇਤ ਦਿੱਤੇ ਨੇ ਮੁਸ਼ਕਲਾਂ ਵੱਧ ਸਕਦੀਆਂ ਪ੍ਰਗਟ ਸਿੰਘ ਦੀਆਂ। ਇਹਨਾਂ ਪੂਰੀਆਂ ਖਬਰਾਂ ਤੇ ਤਮਾਮ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਰਾਜਨੀਤਿਕ ਮਾਹਿਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਪ੍ਰਗਟ ਸਿੰਘ? ਇੱਕ ਪਾਸੇ ਕਮੇਟੀ ਬਣੀ ਹੋਈ ਹੈ ਤੇ ਦੂਜੇ ਪਾਸੇ ਪ੍ਰਗਟ ਸਿੰਘ ਲਗਾਤਾਰ ਸਵਾਲ ਚੁੱਕ ਰਹੇ ਨੇ। ਪ੍ਰਗਟ ਸਿੰਘ ਜਿਸ ਤਰੀਕੇ ਦੇ ਨਾਲ ਕੱਲ ਸਰਕਾਰ ਨੂੰ ਘੇਰ ਰਹੇ ਸੀ, ਕੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪਾਰਟੀ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈ ਕੇ ਪਾਰਟੀ ਛੱਡਣ ਦੇ ਮੂਡ ਦੇ ਵਿੱਚ ਨੇ, ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਮੂਡ ਦੇ ਵਿੱਚ ਨੇ, ਜਾਂ ਫਿਰ ਨਿਸ਼ਾਨਾ ਕੁਝ ਹੋਰ ਹੈ? ਸੁਖਵਿੰਦਰ ਜੀ, ਪ੍ਰਗਟ ਸਿੰਘ ਇਹ ਨਹੀਂ ਹੈ ਕਿ ਪਹਿਲੀ ਵਾਰੀ ਬੋਲ ਰਹੇ ਨੇ। ਬਹੁਤ ਲੰਬੇ ਸਮੇਂ ਤੋਂ ਪਹਿਲਾਂ ਚਿੱਠੀਆਂ ਵੀ ਲਿਖਦੇ ਰਹੇ ਨੇ ਕੈਪਟਨ ਸਾਹਿਬ ਨੂੰ, ਔਰ ਬੋਲਦੇ ਵੀ ਰਹੇ ਨੇ, ਆਪਣੀ ਗੱਲ ਬੇਬਾਕੀ ਦੇ ਨਾਲ ਕਹਿੰਦੇ ਰਹੇ ਨੇ। ਔਰ ਇਸ ਕਰਕੇ ਪ੍ਰਗਟ ਸਿੰਘ ਨੂੰ ਬੇਬਾਕ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਔਰ ਕੱਲਾ ਬੇਬਾਕ ਨਹੀਂ, ਕਿ ਜੋ ਇੱਕ ਮੈਨੂੰ ਲੱਗਦਾ ਕਿ ਸ਼ਰੀਫੀ ਦੀ ਔਰ ਇੱਕ ਇਨਸਾਨੀਅਤ ਵਾਲੀ ਗੱਲ ਜਿਹੜੀ ਹੈਗੀ ਹੈ, ਅਸੀਂ ਪ੍ਰਗਟ ਸਿੰਘ ਦੇ ਜਿਹੜੇ ਜੀਵਨ ਦੇ ਵਿੱਚ ਦੇਖ ਸਕਦੇ ਹਾਂ। ਸੋ ਲੰਬਾ ਸਮਾਂ ਉਹ ਖੇਡਾਂ ਦੇ ਵਿੱਚ ਰਹੇ ਨੇ, ਸਪੋਰਟਸ ਦੇ ਵਿੱਚ ਰਹੇ ਨੇ, ਔਰ ਓਲੰਪੀਅਨ ਹੋਣ ਦੇ ਨਾਤੇ ਹਿੰਦੁਸਤਾਨ ਦੇ ਕੈਪਟਨ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪ੍ਰਗਟ ਸਿੰਘ ਏਦਾਂ ਦੀਆਂ ਕੱਲ ਗੱਲਾਂ ਕਰ ਰਹੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਸੱਚਾਈ ਜਿਹੜੀ ਸੀਗੀ ਸਾਹਮਣੇ ਆ ਰਹੀ ਸੀਗੀ। ਉਹਨਾਂ ਨੇ ਜਿੱਥੇ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਦੇ ਉੱਤੇ ਸਵਾਲੀਆ ਨਿਸ਼ਾਨ ਲਾਏ, ਉੱਥੇ ਵੱਡੀ ਗੱਲ ਇਹ ਹੈ ਕਿ ਜਿਹੜੇ ਵੱਖ-ਵੱਖ ਕੈਪਟਨ ਸਾਹਿਬ ਦੀ ਕੋਟਰੀ ਦੇ ਮਿਨਿਸਟਰ ਸਾਹਿਬਾਨ ਨੇ, ਉਹ ਜਦੋਂ ਦੋ ਵਾਰੀ ਜਿਹੜੇ ਹੈਗੇ ਨੇ ਆਪਣੇ ਫਾਇਦੇ ਲੈਂਦੇ ਨੇ, ਫਾਇਦਾ ਆਪਣੇ ਪੈਸੇ ਜਿਹੜੇ ਨੇ ਜ਼ਮੀਨਾਂ ਦੇ ਉੱਤੇ ਜਿਹੜੇ ਨੇ ਉਹ ਲਏ ਜਾਂਦੇ ਹੈ। ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ, ਚਾਹੇ ਕੋਵੈਕਸਿਨ ਦੀ ਗੱਲ ਹੋਵੇ, ਚਾਹੇ ਵੱਡੇ ਵੱਡੇ ਜਿਹੜੇ ਜਿੰਨੇ ਵੀ ਹੁਣ ਤੱਕ ਘੁਟਾਲੇ ਹੋਏ ਨੇ, ਜਦੋਂ ਉਹਨਾਂ ਦਾ ਪਰਦਾ ਫਾਸ਼ ਕਰਦੇ ਨੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਪ੍ਰਗਟ ਸਿੰਘ ਦੀਆਂ ਗੱਲਾਂ ਵੱਲ ਜਾਂਦਾ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਪ੍ਰਗਟ ਸਿੰਘ ਹੋਰਾਂ ਨੇ ਬਿਲਕੁਲ ਸੱਚਾਈ ਸਾਹਮਣੇ ਪੇਸ਼ ਕੀਤੀ ਹੈ ਔਰ ਪੰਜਾਬੀਆਂ ਦੇ ਸਾਹਮਣੇ ਰੱਖੀ ਹੈ। ਔਰ ਉਹਨਾਂ ਨੇ ਆਪਣੇ ਆਪ ਨੂੰ ਇਹੀ ਕਿਹਾ ਕਿ ਨਾ, ਜਿਵੇਂ ਤੁਸੀਂ ਕਿਹਾ ਨਾ, ਕਿ ਨਾ ਮੈਂ ਹਾਰਡਕੋਰ ਅਕਾਲੀ ਹਾਂ, ਨਾ ਮੈਂ ਹਾਰਡਕੋਰ ਕਾਂਗਰਸੀ ਹਾਂ, ਮੈਂ ਹਾਰਡਕੋਰ ਪੰਜਾਬੀ ਹਾਂ। ਇਹ ਵੱਡੀ ਗੱਲ ਹੈ ਕਿ ਉਹ ਇਸ ਵੇਲੇ ਜੋ ਆਪਣਾ ਕੰਮ ਕਰ ਰਹੇ ਨੇ ਉਹ ਇੱਕ ਪੰਜਾਬੀ ਦੇ ਤੌਰ ਤੇ ਕਰ ਰਹੇ ਨੇ ਔਰ ਪੰਜਾਬ ਨੂੰ ਬਚਾਉਣ ਦੇ ਤੌਰ ਤੇ ਕਰ ਰਹੇ ਨੇ। ਦੂਸਰੀ ਗੱਲ ਕਿ ਤੁਸੀਂ ਜਦੋਂ ਅਸੀਂ ਇਸ ਵੇਲੇ ਕਾਂਗਰਸ ਦੀ ਗੱਲ ਕਰਦੇ ਹਾਂ, ਚਾਹੇ ਪੰਜਾਬ ਦੀ ਕਾਂਗਰਸ ਹੈ, ਚਾਹੇ ਨੈਸ਼ਨਲ ਲੈਵਲ ਦੀ, ਚਾਹੇ ਇਹਨਾਂ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ, ਮੈਂ ਇੱਕ ਇੱਥੇ ਅੱਜ ਕੱਲ ਦੇ ਬਿਆਨ ਦੀ ਹੋਰ ਵੱਡੀ ਗੱਲ, ਵੀਰੱਪਾ ਮੋਇਲੀ ਬਹੁਤ ਵੱਡੇ ਸੀਨੀਅਰ ਲੀਡਰ ਨੇ ਕਾਂਗਰਸ ਦੇ, ਔਰ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਇਸ ਵੇਲੇ ਕਾਂਗਰਸ ਨੂੰ ਵੱਡੀ ਸਰਜਰੀ ਦੀ ਲੋੜ ਹੈ। ਇਹ ਇੱਕ ਬਹੁਤ ਵੱਡਾ ਬਿਆਨ ਹੈ। ਵੱਡੀ ਸਰਜਰੀ ਦਾ ਮਤਲਬ ਇਹ ਹੈ ਕਿ ਤੁਸੀਂ ਦੇਖਿਆ, ਕੱਲ ਵੀ ਆਪਾਂ ਗੱਲ ਕੀਤੀ ਸੀਗੀ ਕਿ ਜਤਨ ਪ੍ਰਸਾਦ ਵਰਗਾ ਜਿਹੜਾ ਹੈਗਾ ਵੱਡਾ ਲੀਡਰ ਜਿਹੜਾ ਹੈਗਾ ਕਾਂਗਰਸ ਦਾ, ਉਹ ਜਦੋਂ ਬੀਜੇਪੀ ਚਲਾ ਜਾਂਦਾ ਹੈ ਔਰ ਇਸ ਤੋਂ ਬਾਅਦ ਲਗਾਤਾਰ ਜਿਹੜੇ ਨੇ ਪੰਜਾਬ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਜਾਂ
ਨੈਸ਼ਨਲ ਲੈਵਲ ਦੀ ਜਿਹੜੀ ਦਿੱਲੀ ਦੇ ਵਿੱਚ ਤੁਸੀਂ ਦੇਖੋਗੇ ਕਾਂਗਰਸ ਦੀ ਸਥਿਤੀ ਬਣੀ ਹੋਈ ਹੈ, ਉਹ ਬਹੁਤ ਹੀ ਤਰਸਯੋਗ ਸਥਿਤੀ ਬਣ ਚੁੱਕੀ ਹੈ ਇਸ ਵੇਲੇ। ਔਰ ਕੋਈ ਵੀ ਜਿਹੜਾ ਲੀਡਰ ਹੈ ਇੱਕ ਦੂਜੇ ਨੂੰ ਦੀ ਸੁਣ ਕੇ ਰਾਜ਼ੀ ਨਹੀਂ ਹੈ, ਕੋਈ ਕਿਸੇ ਦੀ ਫਰਿਆਦ ਨਹੀਂ ਸੁਣੀ ਜਾ ਰਹੀ। ਔਰ ਪ੍ਰਗਟ ਸਿੰਘ ਨੇ ਇਹ ਕਿਹਾ, ਕੱਲ ਵੀ ਇਹ ਗੱਲ ਦੁਹਰਾਈ ਹੈ ਕਿ ਮੈਂ ਤਾਂ ਪਿਛਲੇ ਲੰਮੇ ਸਮੇਂ ਤੋਂ ਚਿੱਠੀਆਂ ਵੀ ਲਿਖਦਾ ਆ ਰਿਹਾ ਕੈਪਟਨ ਸਾਹਿਬ ਨੂੰ, ਔਰ ਉਹਨਾਂ ਚਿੱਠੀਆਂ ਦਾ ਕੋਈ ਬਿਆਨ ਜਿਹੜਾ ਹੈਗਾ ਜਵਾਬ ਨਹੀਂ ਦਿੱਤਾ ਗਿਆ। ਔਰ ਦੂਜੇ ਪਾਸੇ ਜਦੋਂ ਖੜਗੇ ਕਮੇਟੀ ਪਿਛਲੇ ਦਿਨਾਂ ਦੇ ਬਣਦੀ ਹੈ ਔਰ ਵੱਖ-ਵੱਖ ਮੀਟਿੰਗਾਂ ਕਰਦੀ ਹੈ, ਲਗਭਗ 15 ਦਿਨਾਂ ਤੋਂ ਉਹ ਲੱਗੇ ਹੋਏ ਨੇ, ਜਦੋਂ ਇਹਨਾਂ ਇਦਾਂ ਦੇ ਲੀਡਰਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਾਂਗਰਸ ਦੇ ਵਿੱਚ, ਸਾਡੀ ਕੋਈ ਸੁਣੀ ਨਹੀਂ ਜਾ ਰਹੀ, ਖੜਗੇ ਵਰਗੇ ਜਿਹੜੇ ਲੋਕ ਨੇ ਉਹ ਸਾਨੂੰ ਸੀਰੀਅਸ ਲੈ ਕੇ ਜਿਹੜੇ ਹੈਗਾ ਨਹੀਂ ਸੁਣ ਰਹੇ, ਸੋ ਇਸ ਕਰਕੇ ਇਦਾਂ ਦੇ ਬਿਆਨਬਾਜ਼ੀ ਹੋਣੀ ਜ਼ਰੂਰੀ ਸੀਗੀ, ਇਹ ਲਾਜ਼ਮੀ ਸੀਗੀ। ਸੋ ਕੱਲਾ ਪ੍ਰਗਟ ਸਿੰਘ ਨਹੀਂ ਬੋਲੇ, ਕੱਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਲਗਾਤਾਰ ਬਿਆਨ ਆ ਰਹੇ ਨੇ। ਸੋ ਇਹ ਇਦਾਂ ਦੇ ਲੋਕ ਜਿਹੜੇ ਨੇ ਜਦੋਂ ਬਿਆਨਬਾਜ਼ੀ ਹੋ ਰਹੀ ਹੈ ਤਾਂ ਇਹਦਾ ਮਤਲਬ ਹੈ ਕਿ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਾਂਗਰਸ ਬੱਤੀ ਸਿੱਧੂ ਤੇ ਵੀ ਉਹਨਾਂ ਨੇ ਸਿੱਧੇ ਤੌਰ ਤੇ ਸਵਾਲ ਚੁੱਕੇ ਨੇ, ਭੁਪਿੰਦਰ ਚਾਹਲ ਦੇ ਉੱਪਰ ਵੀ ਸਿੱਧੇ ਤੌਰ ਤੇ ਸਵਾਲ ਚੁੱਕੇ ਨੇ। ਜੇਕਰ ਫਾਈਲਾਂ ਬਣੀਆਂ ਤਾਂ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕਹਿੰਦੇ ਜੇਕਰ ਫਾਈਲਾਂ ਤੁਸੀਂ ਬਣਾਈਆਂ ਹੀ ਆ ਤੇ ਮੇਰਾ ਉਹਦੇ ਵਿੱਚ ਨਾਮ ਆ ਤਾਂ ਸਭ ਤੋਂ ਪਹਿਲਾਂ ਮੇਰੇ ਤੇ ਕਾਰਵਾਈ ਕਰੋ। ਪਰ ਜਿਹੜੇ ਦੋ ਵਾਰੀ ਆਪਣੀ ਜਿਹੜੀ ਜ਼ਮੀਨ ਦੇ ਉੱਪਰ ਪੈਸੇ ਲੈਣ, ਮੁਆਵਜ਼ਾ ਲੈਣ ਵਾਲੀ ਗੱਲ ਹੈ, ਚਾਹੇ ਡੋਜ਼ੀਅਰ ਦੀ ਗੱਲ ਹੈ, ਚਾਹੇ ਉਹ ਵੱਡੇ ਵੱਡੇ ਘਪਲੇ ਭੁਪਿੰਦਰ ਚਾਹਲ ਦੀ ਗੱਲ ਕੀਤੀ ਉਹਨਾਂ ਨੇ, ਤਾਂ ਕਹਿੰਦੇ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ? ਜੀ ਮੈਂ ਇਹੀ ਗੱਲ ਕਰ ਰਿਹਾ ਕਿ ਜਿਸ ਭ੍ਰਿਸ਼ਟਾਚਾਰ ਦੇ ਖਾਤਮੇ ਨੂੰ ਲੈ ਕੇ ਕਾਂਗਰਸ ਸਰਕਾਰ ਅੱਜ ਤੋਂ 4.5 ਸਾਲ ਪਹਿਲਾਂ ਬਣੀ ਸੀਗੀ ਔਰ ਕੈਪਟਨ ਸਾਹਿਬ ਨੇ ਨਾਰਾ ਦਿੱਤਾ ਸੀਗਾ ਕਿ ਮੈਂ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਦਾਂਗਾ, ਤਾਂ ਲਾਜ਼ਮੀ ਤੌਰ ਤੇ ਜਦੋਂ ਉਹਨਾਂ ਦੇ ਆਪਣੇ ਇਸ ਵੇਲੇ ਆਪਣੇ ਲੀਡਰ, ਕਾਂਗਰਸ ਦੇ ਆਪਣੇ ਨੇਤਾ ਜਿਹੜੇ ਨੇ ਉਹ ਆਵਾਜ਼ ਉਠਾ ਰਹੇ ਨੇ, ਔਰ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਕੈਪਟਨ ਸਾਹਿਬ ਦੇ ਉੱਤੇ ਹੀ ਜਿਹੜੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ, ਤਾਂ ਲਾਜ਼ਮੀ ਤੌਰ ਤੇ ਦੇਖੋ ਸੱਚਾਈ ਤਾਂ ਹੋਏਗੀ। ਸੋ ਇਸ ਕਰਕੇ ਜਿਹੜੇ ਲੋਕ ਅੰਦਰ ਬੈਠੇ ਨੇ ਔਰ ਜਿਹੜੇ ਉਹਨਾਂ ਨੂੰ, ਮੈਨੂੰ ਇਹ ਲੱਗਦਾ ਕਿ ਜਿਹੜੇ ਲੋਕ ਹਜੇ ਬੋਲ ਨਹੀਂ ਰਹੇ ਔਰ ਵੇਟ ਕਰ ਰਹੇ ਨੇ ਕਿ ਸ਼ਾਇਦ ਜਿਹੜੀ ਹਾਈ ਕਮਾਂਡ ਤੋਂ ਪਤਾ ਨਹੀਂ ਕੀ ਆਰਡਰ ਆਏਗਾ, ਪਤਾ ਨਹੀਂ ਉਹਦੇ ਵਿੱਚ ਕੀ ਜਿਹੜੇ ਬਦਲਾਅ ਆ ਜਾਣਗੇ, ਮੈਨੂੰ ਲੱਗਦਾ ਹੈ ਕਿ ਜਿਹੜੀ ਸੱਚ ਦੀ ਆਵਾਜ਼ ਹੈ ਉਹ ਬੁਲੰਦ ਕਰਨੀ ਚਾਹੀਦੀ ਹੈ। ਔਰ ਸੱਚ ਦੀ ਇਸ ਵੇਲੇ ਪੰਜਾਬ ਦੇ ਲੋਕ ਸੱਚ ਨਾਲ ਖੜਨਾ ਚਾਹੁੰਦੇ ਨੇ ਔਰ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਨੇ। ਜੇਕਰ ਕੈਪਟਨ ਸਾਹਿਬ ਨੇ 4.5 ਸਾਲਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕੋਈ ਵਾਅਦਾ ਪੂਰਾ ਨਹੀਂ ਕੀਤਾ, ਤਾਂ ਲਾਜ਼ਮੀ ਤੌਰ ਤੇ ਸਵਾਲੀਆ ਨਿਸ਼ਾਨ ਤਾਂ ਲੱਗਣੇ ਨੇ। ਸੋ ਇਸ ਕਰਕੇ ਪ੍ਰਗਟ ਸਿੰਘ ਨੇ ਮੈਨੂੰ ਲੱਗਦਾ ਹੈ ਕਿ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਵੱਖ-ਵੱਖ ਜਿਹੜੇ ਕਾਂਗਰਸ ਦੇ ਲੀਡਰ ਨੇ, ਚਾਹੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਰਾਣਾ ਗੁਰਜੀਤ ਹੋਰੀ ਹੋਣ ਔਰ ਰਾਣਾ ਗੁਰਜੀਤ ਸੋਢੀ ਸਾਹਿਬ ਹੋਣ, ਜਾਂ ਹੋਰ ਜਿਹੜੇ ਵੱਡੇ ਉਹਨਾਂ ਦੇ ਆਪਣੇ ਪੀਏ ਨੇ ਜਿਹੜੇ, ਜਾਂ OSD ਨੇ ਕੈਪਟਨ ਸਾਹਿਬ ਦੇ, ਜੇ ਉਹਨਾਂ ਦੇ ਘੁਟਾਲੇ ਸਾਹਮਣੇ ਆ ਰਹੇ ਨੇ, ਔਰ ਦੂਜੇ ਪਾਸੇ ਜਿਹੜੇ ਇਮਾਨਦਾਰ ਲੋਕ ਨੇ, ਇਮਾਨਦਾਰ ਛਵੀ ਵਾਲੇ ਲੋਕ ਨੇ, ਉਹਨਾਂ ਦੀਆਂ ਫਾਈਲਾਂ ਬਣਾਈਆਂ ਜਾ ਰਹੀਆਂ ਨੇ। ਔਰ ਇੱਥੋਂ ਤੱਕ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪੀਏ ਦੇ ਉੱਤੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਜਿਹੜਾ ਹੈਗਾ ਸਕੰਜਾ ਕੱਸਿਆ ਜਾ ਰਿਹਾ। ਸੋ ਇਸ ਕਰਕੇ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਹੋਣ ਦੀਆਂ ਸੰਭਾਵਨਾਵਾਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ। ਇਹ ਵੱਡੇ ਸਵਾਲ ਪ੍ਰਗਟ ਸਿੰਘ ਹੋਰਾਂ ਨੇ ਉਠਾਏ ਨੇ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਦੇਖੋ ਜਦੋਂ ਅਸੀਂ ਇਹਦਾ ਤੱਥਸਾਰ ਦੇਖਦੇ ਹਾਂ ਸਾਰੀ ਚੀਜ਼ ਦਾ, ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਕਾਂਗਰਸ ਦੀ ਸਥਿਤੀ ਬਣੀ ਹੋਈ ਹੈ ਉਹਦੇ ਵਿੱਚ ਜੇ ਆਪਾਂ ਕਹੀਏ ਕਿ ਇਮਾਨਦਾਰੀ ਦੇ ਨਾਲ ਜਾਂ ਇਮਾਨਦਾਰ ਲੋਕਾਂ ਦਾ ਕੋਈ ਭਵਿੱਖ ਹੈ, ਉਹ ਬਹੁਤ ਘੱਟ ਨਜ਼ਰ ਆ ਰਿਹਾ ਹੈ। ਇਹ ਜਿਹੜੀ ਵੱਡੀ ਗੱਲ ਇਹਦੇ ਵਿੱਚ ਸਮਝਣ ਵਾਲੀ ਇਹੀ ਹੈ ਕਿ ਜਿਹੜੇ ਲੋਕ ਇਮਾਨਦਾਰ ਨੇ ਔਰ ਪੰਜਾਬ ਦੇ ਨਾਲ ਜੁੜਨਾ ਚਾਹੁੰਦੇ ਨੇ ਔਰ ਪੰਜਾਬੀਅਤ ਦੀ ਗੱਲ ਕਰਨਾ ਚਾਹੁੰਦੇ ਨੇ, ਉਹਦੇ ਲਈ ਉਹਨਾਂ ਦੇ ਲਈ ਇਸ ਵੇਲੇ ਕਾਂਗਰਸ 'ਚ ਕੰਮ ਕਰਨਾ ਬਹੁਤ ਹੀ ਔਖਾ ਹੋ ਗਿਆ ਹੈ, ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ। ਔਰ ਇਹਨਾਂ ਨੂੰ ਕੋਈ ਦੂਸਰੇ ਜਿਹੜੇ ਨੇ ਸੰਕਲਪ ਇਸ ਵੇਲੇ ਤਲਾਸ਼ਣ ਦੀ ਲੋੜ ਹੈ ਔਰ ਪ੍ਰਗਟ ਸਿੰਘ ਵੀ ਮੈਨੂੰ ਲੱਗਦਾ ਹੈ ਕਿ ਨਵੇਂ ਸੰਕਲਪ ਤਲਾਸ਼ ਰਹੇ ਨੇ। ਔਰ ਇਦਾਂ ਹੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪ੍ਰਗਟ ਸਿੰਘ ਜੀ ਨਵੇਂ ਸੰਕਲਪ ਤਲਾਸ਼ਣਗੇ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਜਿਹੜਾ ਹੈਗਾ ਨਵੀਆਂ ਸੋਚ ਜਿਹੜੀ ਹੈਗੀ ਆ ਉਹ ਰੱਖਣੀ ਪਵੇ ਔਰ ਉਧਰ ਕਿਤੇ ਨਾ ਕਿਤੇ ਸ਼ਿਫਟਿੰਗ ਜਿਹੜੀ ਹੈਗੀ ਆ ਹੋ ਸਕਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਚਾਹੇ ਉਹ ਨੈਸ਼ਨਲ ਲੈਵਲ ਦੀ ਕਾਂਗਰਸ ਹੈ, ਚਾਹੇ ਉਹ ਪੰਜਾਬ ਦੀ ਕਾਂਗਰਸ ਹੈ, ਚਾਹੇ ਬਹੁਤ ਸਾਰੀਆਂ ਬਾਕੀ ਰਾਵਤ ਕਹਿੰਦੇ ਕਿ ਇੱਕ ਪਾਸੇ ਕਮੇਟੀ ਚੱਲ ਰਹੀ ਹੈ, ਕਮੇਟੀ ਨੇ ਰਿਪੋਰਟ ਸੌਂਪ ਦਿੱਤੀ ਹੈ, ਤੇ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਕਰਨਾ ਅਨੁਸ਼ਾਸਨ ਭੰਗ ਕਰਨਾ ਹੈ। ਤੇ ਹੋ ਸਕਦਾ ਹੈ ਕਹਿੰਦੇ ਕਿ ਤੈਅ ਮੰਨਿਆ ਜਾ ਰਿਹਾ ਕਿ ਪ੍ਰਗਟ ਸਿੰਘ ਦੇ ਉੱਪਰ ਕੋਈ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ। ਕਿਵੇਂ ਦੇਖਦੇ ਹੋ ਹਰੀਸ਼ ਰਾਵਤ? ਸੁਖਵਿੰਦਰ ਜੀ, ਰਾਵਤ ਜੀ ਨੂੰ ਪ੍ਰਗਟ ਸਿੰਘ ਤਾਂ ਦਿਖਾਈ ਦੇ ਰਹੇ ਨੇ ਜਿਹੜੇ ਸੱਚ ਬੋਲ ਰਹੇ ਨੇ, ਸੱਚਾਈ ਜਿਹਦੀ ਮੰਗ ਕਰ ਰਹੇ ਨੇ ਔਰ ਨਿਆਂ ਦੀ ਮੰਗ ਕਰ ਰਹੇ ਨੇ। ਜਦੋਂ ਕੈਪਟਨ ਸਾਹਿਬ ਦੇ ਹੱਕ 'ਚ ਜਦੋਂ ਬੋਰਡ ਲੱਗਦੇ ਨੇ ਔਰ ਇਹਨਾਂ ਦੇ ਆਪਣੇ OSD ਉਠਾਉਂਦੇ ਨੇ, ਗੱਲ ਇਹ ਹੈ
ਕਿ ਜਦੋਂ ਉਦੋਂ ਕੋਈ ਉਹਨਾਂ ਤੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ। ਸਵਾਲ ਲੋਕਾਂ ਦਾ, ਲੋਕ ਇਸ ਵੇਲੇ ਪੰਜਾਬ ਦੇ ਇਹ ਪੁੱਛਣਾ ਚਾਹੁੰਦੇ ਨੇ ਕਿ ਜਦੋਂ ਆਪਾਂ ਨੂੰ ਵੀ ਪਤਾ ਹੈ ਕਿ ਜਿਹੜੀ ਪੋਸਟਰ ਵਾਰ ਚੱਲਦੀ ਹੈ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ, ਔਰ ਜਦੋਂ ਕੈਪਟਨ ਸਾਹਿਬ ਦੇ ਆਪਣੇ OSG, ਆਪਣੇ ਲੋਕ ਜਿਹੜੇ ਨੇ, ਆਪਣੇ ਖਾਸਮ ਖਾਸ ਬੰਦੇ ਜਿਹੜੇ ਨੇ, ਉਹਨਾਂ ਦੇ ਹੱਕ ਦੇ ਵਿੱਚ ਪੋਸਟਰ ਲਾ ਰਹੇ ਨੇ, ਤਾਂ ਰਾਵਤ ਸਾਹਿਬ ਨੂੰ ਉਦੋਂ ਕਿਉਂ ਨਹੀਂ ਦਿਖਾਈ ਦਿੱਤੇ ਉਹ। ਸੋ ਮੈਨੂੰ ਇਹ ਲੱਗਦਾ ਕਿ ਇੱਕ ਖਾਸ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ, ਆਪਾਂ ਨੂੰ, ਤੁਹਾਨੂੰ ਪਤਾ ਹੈ ਕਿ ਰਾਵਤ ਸਾਹਿਬ ਦਾ ਜਦੋਂ ਖੜਗੇ ਕਮੇਟੀ ਬਣੀ ਸੀ ਹਜੇ, ਉਸ ਤੋਂ ਵੀ ਪਹਿਲਾਂ ਹੀ ਬਿਆਨ ਆ ਗਿਆ ਸੀਗਾ, ਉਹਨਾਂ ਨੇ ਤੱਤ ਕੱਢਤਾ ਸੀਗਾ ਕਿ ਜੋ ਸਾਰਾ ਕੁਝ ਉਦਾਂ ਹੀ ਰਹੇਗਾ ਔਰ ਕੈਪਟਨ ਸਾਹਿਬ ਜਿਹੜੇ ਨੇ 22 ਦੇ ਵਿੱਚ ਕੈਪਟਨ ਹੀ ਰਹਿਣਗੇ। ਸੋ ਇਦਾਂ ਦੀਆਂ ਜਦੋਂ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਬਾਇਸ ਹੋ ਕੇ ਫੈਸਲੇ ਕਰ ਰਹੇ ਹੋ, ਫੈਸਲੇ ਲੋਕਾਂ ਨੂੰ ਸੁਣਾ ਰਹੇ ਹੋ, ਤਾਂ ਇਹਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਸ਼ੱਕ, ਜਿਹੜਾ ਖਾਸ ਤੌਰ ਤੇ ਕਾਂਗਰਸੀਆਂ ਦੇ ਵਿੱਚ ਸ਼ੱਕ ਦੀ ਗੁੰਜਾਇਸ਼ ਤਾਂ ਉਦੋਂ ਪੈਦਾ ਹੋ ਚੁੱਕੀ ਸੀਗੀ। ਸੋ ਇਸ ਕਰਕੇ ਹੁਣ ਵੀ ਤੁਸੀਂ ਦੇਖੋਗੇ ਰਾਵਤ ਹੋਰਾਂ ਨੇ ਬੇਸ਼ੱਕ ਬਿਆਨ ਦਿੱਤਾ ਹੈ ਕਿ ਇਹਨਾਂ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਹੋਏਗੀ, ਪਰ ਲੋਕ ਇਸ ਵੇਲੇ ਸਵਾਲ ਪੁੱਛਣਾ ਚਾਹੁੰਦੇ ਨੇ ਕਿ ਅਨੁਸ਼ਾਸਨੀ ਕਾਰਵਾਈ ਤਾਂ ਹੋਵੇ ਨਾ ਜੇ ਕੋਈ ਉਹਨਾਂ ਨੇ ਝੂਠ ਬੋਲਿਆ ਹੋਵੇ, ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਪੋਲਿਟਿਕਸ ਕੀਤੀ ਹੋਵੇ, ਸਿਆਸਤ ਕੀਤੀ ਹੋਵੇ। ਉਹਨਾਂ ਨੇ ਜੋ ਉਹਨਾਂ ਦੇ ਮਨ ਦੇ ਵਿੱਚ ਸੀਗਾ, ਜੋ ਉਹਨਾਂ ਦੇ ਅੰਦਰ ਸੀਗਾ, ਔਰ ਜੋ ਉਹ ਮਹਿਸੂਸ ਕਰਦੇ ਨੇ ਪਿਛਲੇ 4.5 ਸਾਲ ਤੋਂ ਕਿ ਪੰਜਾਬ ਦੇ ਵਿੱਚ ਆਹ ਘਪਲੇ ਹੋਏ ਨੇ, ਪੰਜਾਬ ਦੇ ਵਿੱਚ ਆਹ ਲੋਕ ਜਿਹੜੇ ਨੇ, ਉਹ ਜਿਹੜੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਉਹ ਜਦੋਂ ਨਹੀਂ ਹੁੰਦੀ ਕਾਰਵਾਈ ਤਾਂ ਲਾਜ਼ਮੀ ਤੌਰ ਤੇ ਅਖੀਰ ਨੂੰ ਬੰਦਾ ਬੋਲੇਗਾ ਹੀ ਬੋਲੇਗਾ। ਸੋ ਪ੍ਰਗਟ ਸਿੰਘ ਵਰਗਾ ਬੰਦਾ ਜਿਹੜਾ ਕਿ ਇਮਾਨਦਾਰ ਛਵੀ ਵਾਲਾ ਬੰਦਾ ਹੈ ਔਰ ਇੱਕ ਵੱਡਾ ਇਨਸਾਨ ਹੈ, ਔਰ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਨੇ 10 ਸਾਲ ਲਗਾਤਾਰ ਜਿਹੜੇ ਹੈਗਾ ਹਿੰਦੁਸਤਾਨ ਦੀ ਕਪਤਾਨੀ ਕੀਤੀ ਹੈ, ਉਸ ਬੰਦੇ ਨੂੰ ਤੁਸੀਂ ਅਨੁਸ਼ਾਸਨੀ ਕਾਰਵਾਈ ਦਾ ਡਰਾਵਾ ਦੇ ਕੇ ਉਹਨਾਂ ਦੀ ਜ਼ੁਬਾਨ ਨੂੰ ਬੰਦ ਕਰਨਾ ਚਾਹੁੰਦੇ ਹੋ। ਇਹ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੀ ਕਾਂਗਰਸ ਹੈ, ਬਿਲਕੁਲ ਜਿਵੇਂ ਵੀਰੱਪਾ ਮੋਇਲੀ ਨੇ ਕਿਹਾ ਕਿ ਇਸ ਦੀ ਸਰਜਰੀ ਹੋਣ ਵਾਲੀ ਹੈ ਔਰ ਇਹਦੀ ਜ਼ਰੂਰੀ ਲਾਜ਼ਮੀ ਤੌਰ ਤੇ ਸਰਜਰੀ ਹੋਣੀ ਚਾਹੀਦੀ ਹੈ ਔਰ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਨਹੀਂ ਤਾਂ ਕੀ ਹੋਏਗਾ ਕਿ ਜੋ ਹਾਲ ਦਿੱਲੀ ਦੇ ਵਿੱਚ ਕਾਂਗਰਸ ਦਾ ਹੋਇਆ, ਉਹੀ ਹਾਲ ਪੰਜਾਬ ਦੇ ਵਿੱਚ, ਉਹੀ ਹਾਲ ਰਾਜਸਥਾਨ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਉਧਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ, ਜਿਹੜਾ ਪਲਟਵਾਰ ਕੀਤਾ ਗਿਆ ਪ੍ਰਗਟ ਸਿੰਘ ਦੇ ਉੱਪਰ, ਜਿਹੜੀਆਂ ਫਾਈਲਾਂ ਬਣਾਉਣ ਦੀ ਗੱਲ ਕੀਤੀ। ਉਹ ਕਹਿੰਦੇ ਕਿ ਮੈਂ ਪਾਰਟੀ ਦੇ ਕਿਸੇ ਵੀ ਬੰਦੇ ਦੇ ਖਿਲਾਫ ਕੋਈ ਵੀ ਫਾਈਲ ਜਿਹੜੀ ਹੈ ਉਹ ਨਹੀਂ ਬਣਾਈ, ਤੇ ਨਾਲ ਹੀ ਨਾਲ ਉਹਨਾਂ ਨੇ ਕਹਿਤਾ ਕਿ ਮੇਰੀ ਜਿਹੜੇ ਭਰੋਸਾ ਤੇ ਜਿਹੜੀ ਪਾਰਦਰਸ਼ਤਾ ਜਿਹੜੀ ਹੈ ਉਹੀ ਮੇਰੀ ਜਿਹੜੀ ਮੰਤਰ ਹੈ ਸਰਕਾਰ ਚਲਾਉਣ ਦਾ। ਤਾਂ ਕਿਵੇਂ ਦੇਖਦੇ ਹੋ ਕਿ ਪ੍ਰਗਟ ਸਿੰਘ ਦੇ ਉੱਪਰ ਜਿਸ ਤਰੀਕੇ ਦੇ ਨਾਲ ਪਲਟਵਾਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤਾ ਜਾਂਦਾ, ਹਰੇਕ ਗੱਲ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦਿੱਤਾ ਜਾਂਦਾ, ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਪਾਰਦਰਸ਼ਤਾ ਕੈਪਟਨ ਸਾਹਿਬ ਦੀ ਉਦੋਂ ਹੁੰਦੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਹੋਰਾਂ ਨੇ, ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀਗਾ ਕਿ ਭਾਈ ਮੈਨੂੰ ਜਿਹੜਾ ਹੈਗਾ ਰਾਤ ਦੇ 11 ਵਜੇ ਕੈਪਟਨ ਸਾਹਿਬ ਦੇ OSD ਦਾ ਫੋਨ ਆਉਂਦਾ ਹੈ ਔਰ ਮੈਨੂੰ ਧਮਕਾਇਆ ਜਾ ਰਿਹਾ ਹੈ। ਸੋ ਇਸ ਕਰਕੇ ਜੇ ਤਾਂ ਜਾਂ ਤਾਂ ਉਹਦੇ ਵਿੱਚ ਕੈਪਟਨ ਸਾਹਿਬ ਜੇ ਪਾਰਦਰਸ਼ਤਾ ਦੀ ਗੱਲ ਕਰਦੇ ਹੈ ਤਾਂ ਲਾਜ਼ਮੀ ਤੌਰ ਤੇ ਉਸ ਮਸਲੇ ਦੇ ਵਿੱਚ ਕੈਪਟਨ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਸੀਗਾ, ਕੈਪਟਨ ਸਾਹਿਬ ਨੂੰ ਬਿਆਨ ਦੇਣਾ ਚਾਹੀਦਾ ਸੀਗਾ ਕਿ ਅਸੀਂ ਤਾਂ ਇਹੋ ਜਿਹਾ ਕੰਮ ਕਰਾਇਆ ਨਹੀਂ ਹੈ। ਜਦੋਂ ਉਹ ਚੁੱਪ ਰਹੇ, ਜਦੋਂ ਉਹਨਾਂ ਨੇ ਕੁਝ ਨਹੀਂ ਕਿਹਾ, ਤਾਂ ਲਾਜ਼ਮੀ ਤੌਰ ਤੇ ਇਹਦੇ ਉੱਤੇ ਸ਼ੱਕ ਦਾ ਜਿਹੜੀ ਗੁੰਜਾਇਸ਼ ਹੈ ਉਹ ਹੁੰਦੀ ਹੈ। ਸੋ ਪਾਰਦਰਸ਼ਤਾ ਤਾਂ ਇਸ ਲਈ ਹੁੰਦੀ ਜੇਕਰ ਆਪਣੇ ਜਿਹੜੇ ਉਹਨਾਂ ਦੇ ਆਪਣੇ ਮੰਤਰੀ ਨੇ, ਜਿਨ੍ਹਾਂ ਦੇ ਉੱਤੇ ਵੱਡੇ ਵੱਡੇ ਦੋਸ਼ ਲੱਗ ਰਹੇ ਨੇ ਇਸ ਵੇਲੇ, ਚਾਹੇ ਉਹ ਰਾਣਾ ਗੁਰਜੀਤ ਸੋਢੀ ਹੋਵੇ, ਚਾਹੇ ਧਰਮਸੋਤ ਜੀ ਹੋਣ। ਆਪਾਂ ਨੂੰ ਵੀ ਪਤਾ ਹੈ ਕਿ ਧਰਮਸੋਤ ਹੋਰਾਂ ਦੇ ਉੱਤੇ ਲਗਾਤਾਰ ਜਿਹੜੇ ਨੇ ਕਿੱਡੇ ਜਿਹੜੇ ਨੇ ਉਹ ਦੋਸ਼ ਲੱਗਦੇ ਰਹੇ ਨੇ ਔਰ ਜਿਹੜੇ ਗਰੀਬ ਦਲਿਤ ਪਰਿਵਾਰ ਦੇ ਬੱਚਿਆਂ ਦਾ ਜਿਹੜਾ ਹੈਗਾ ਕਪਲਾ ਜਿਹੜਾ ਹੈਗਾ ਹੋਇਆ, ਉਹਦੇ ਵਿੱਚ ਵੀ ਦੋਸ਼ਾਂ ਦੇ ਵਿੱਚ ਘਿਰੇ ਹੋਏ ਨੇ। ਜਾਂ ਤਾਂ ਉਹਨਾਂ ਦੇ ਉੱਤੇ ਬਕਾਇਦਾ ਤੌਰ ਤੇ ਇਨਕੁਆਇਰੀ ਹੁੰਦੀ ਔਰ ਇਨਕੁਆਇਰੀ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ, ਉਹ ਫਿਰ ਤਾਂ ਆਪਾਂ ਕਹਿ ਸਕਦੇ ਸੀਗੇ ਕਿ ਪਾਰਦਰਸ਼ਤਾ ਦਿਖਾਈ ਹੈ ਕੈਪਟਨ ਸਾਹਿਬ ਨੇ। ਔਰ ਉਹ ਜਿਹੜੇ ਨੇ ਆਪਣੇ ਜਦੋਂ ਆਪਣੇ ਬੰਦਿਆਂ ਨੂੰ ਬਚਾਉਣ ਲੱਗ ਜਾਂਦੇ ਨੇ, ਜਦੋਂ ਆਪਣੀ ਕੋਟਰੀ ਨੂੰ ਬਚਾਉਂਦੇ ਨੇ ਔਰ ਦੂਜਿਆਂ ਨੂੰ ਉਹ ਕਹਿੰਦੇ ਨੇ ਕਿ ਇਹਨਾਂ ਦੇ ਉੱਤੇ ਤੁਸੀਂ ਛਾਪੇ ਮਾਰੋ। ਔਰ ਵਿਜੀਲੈਂਸ ਤੋਂ ਤੁਹਾਨੂੰ ਵੀ ਯਾਦ ਹੋਏਗਾ, ਸਾਰੇ ਦਰਸ਼ਕਾਂ ਨੂੰ ਵੀ ਯਾਦ ਹੈ ਕਿ ਵਿਜੀਲੈਂਸ ਨੂੰ ਬਿਲਕੁਲ ਤਿਆਰ ਕਰ ਲਿਆ ਗਿਆ ਸੀਗਾ ਕਿ ਇਹਨਾਂ ਲੋਕਾਂ ਦੇ ਉੱਤੇ ਛਾਪੇ ਪਾਉਣੇ ਨੇ ਔਰ ਇਹਨਾਂ ਦੇ ਦੇਣੀਆਂ ਪੁਰਾਣੀਆਂ ਫਾਈਲਾਂ ਇਹਨਾਂ ਦੀਆਂ ਕੱਢੀਆਂ ਜਾਣਗੀਆਂ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਜਦੋਂ ਇਦਾਂ ਦੀ ਗੱਲ ਕਰਦੇ ਨੇ ਪਾਰਦਰਸ਼ਤਾ ਦੀ, ਤਾਂ ਪਾਰਦਰਸ਼ਤਾ ਦਿਖਾਉਣੀ ਚਾਹੀਦੀ ਹੈ। ਪਾਰਦਰਸ਼ਤਾ ਦਾ ਮਤਲਬ ਇਹੀ ਹੁੰਦਾ ਹੈ ਕਿ ਭਾਈ ਮੇਰੇ ਨਾ ਕੋਈ ਆਪਣੇ ਨੇ, ਨਾ ਮੇਰੇ ਕੋਲ ਬੇਗਾਨਾ ਹੈ। ਜਿਹੜਾ ਵੀ ਬੰਦਾ 2 ਨੰਬਰ ਦਾ ਕੰਮ ਕਰੇਗਾ, ਗੈਰ ਕਾਨੂੰਨੀ ਕੰਮ ਕਰੇਗਾ, ਮੈਂ ਉਹਦੇ ਉੱਤੇ ਕਾਰਵਾਈ ਕਰਾਂਗਾ। ਜਾਂ ਤਾਂ ਇਹ ਗੱਲ ਕਰਦੇ ਆਪਣੇ ਬੰਦਿਆਂ ਦੇ ਉੱਤੇ ਵੀ ਕਰਦੇ, ਜਦੋਂ ਉਹ ਆਪਣੇ ਬੰਦਿਆਂ ਨੂੰ 4.5 ਸਾਲ ਤੋਂ ਉਹਨਾਂ ਨੇ ਬਚਾਇਆ ਹੈ। ਔਰ ਆਪਾਂ ਨੂੰ ਇਹ ਵੀ ਪਤਾ ਹੈ ਕਿ ਜੋ ਪ੍ਰਗਟ ਸਿੰਘ ਜੀ ਕਹਿ ਰਹੇ ਨੇ ਕਿ ਇੱਕ ਖਾਸ ਧਿਰ ਨੂੰ ਉਹ ਬਚਾ ਰਹੇ ਨੇ
ਔਰ ਬਿਲਕੁਲ ਸਾਰੇ ਲੋਕਾਂ ਦੇ ਤਾਂ ਪੰਜਾਬ ਦੇ ਸਾਹਮਣੇ ਹੈ। ਪਾਰਦਰਸ਼ਤਾ ਤਾਂ ਹੁੰਦੀ ਹੈ ਕਿ ਜੇ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਹੋ, ਚਾਹੇ ਸਿੱਟ ਬਣਦੀ ਹੈ ਚਾਹੇ ਬਾਕੀ ਜਿਹੜੇ ਕਮਿਸ਼ਨਰ ਬਣਦੇ ਨੇ, ਜਦੋਂ ਤੁਸੀਂ ਉਹਨਾਂ ਦੇ ਵਿੱਚ ਇੱਕ ਧਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇੱਕ ਧਿਰ ਨੂੰ ਜਿਹੜਾ ਹੈਗਾ ਸਜ਼ਾ ਦੇਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਲਾਜ਼ਮੀ ਤੌਰ ਤੇ ਪ੍ਰਗਟ ਸਿੰਘ ਨੇ ਜੋ ਮਸਲੇ ਉਠਾਏ ਨੇ ਉਹ ਸਹੀ ਨੇ। ਔਰ ਇਹਦੇ ਉੱਤੇ ਕੈਪਟਨ ਸਾਹਿਬ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਹੇ ਦੀ ਵਰਤ ਕੀਤੀ, ਉਹਨਾਂ ਨੇ ਭਰੋਸੇ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਮੈਂ ਜੀ ਭਰੋਸੇ ਤੇ ਪਾਰਦਰਸ਼ਤਾ ਦੇ ਨਾਲ ਕੰਮ ਕਰਦਾ। ਇੱਕ ਤਰੀਕੇ ਨਾਲ ਸੰਕੇਤ ਦਿੱਤੇ ਆ ਬਾਕੀ ਨੇਤਾਵਾਂ ਨੂੰ ਵੀ ਕਿ ਮੈਂ ਪਾਰਟੀ ਦਾ ਮੁੱਖ ਮੰਤਰੀ ਤਾਂ ਮੈਂ ਹੀ ਹਾਂ, ਫਾਇਦਾ ਪਾਰਟੀ ਦੇ ਅੰਦਰ ਉਸੇ ਲੀਡਰ ਨੂੰ ਮਿਲੇਗਾ ਜਿਹਦੇ ਤੇ ਮੇਰਾ ਭਰੋਸਾ ਹੋਏਗਾ। ਯਾਨੀ ਜਿਸ ਤਰੀਕੇ ਦੇ ਨਾਲ ਉਹਨਾਂ ਭਰੋਸੇ ਦੀ ਗੱਲ ਕਿਵੇਂ ਦੇਖਦੇ ਹੋ ਕਿ ਸੰਕੇਤ ਦੇਣ ਦੀ ਕੋਸ਼ਿਸ਼ ਹੈ ਕਿ ਮੇਰੇ ਭਰੋਸੇ ਵਾਲੇ ਲੀਡਰਾਂ ਨੂੰ ਹੀ ਜਿਹੜਾ ਵੱਡਾ ਕੋਈ ਅਹੁਦਾ ਜਾਂ ਫਿਰ ਉਹ ਮਿਲੇਗਾ, ਕਿਉਂਕਿ ਮੁੱਖ ਮੰਤਰੀ ਤਾਂ ਮੈਂ ਹੀ ਹਾਂ, ਕੈਪਟਨ ਤਾਂ ਮੈਂ ਹੀ ਹਾਂ। ਸੁਖਵਿੰਦਰ ਜੀ ਦੇਖੋ, ਚਾਹੇ ਬੇਸ਼ੱਕ ਹੁਣ ਉਹ ਭਰੋਸੇ ਦੀ ਗੱਲ ਕਰਨ ਕਿ ਮੇਰੇ ਤੇ ਭਰੋਸਾ ਰੱਖੋ, ਪਰ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਆਪਣੀ ਭਰੋਸੇਯੋਗਤਾ ਖਤਮ ਕਰ ਚੁੱਕੇ ਨੇ। ਪਿਛਲੇ 4.5 ਸਾਲ ਜਿਸ ਕਿਸਮ ਦੀ ਕਾਰਜਸ਼ੈਲੀ ਕੈਪਟਨ ਸਾਹਿਬ ਦੀ ਰਹੀ ਹੈ, ਔਰ ਖਾਸ ਤੌਰ ਤੇ ਕਰੋਨਾ ਦੇ ਦੌਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਪੰਜਾਬ ਤਰਾਹ ਕਰ ਰਿਹਾ ਸੀਗਾ, ਜਦੋਂ ਪੰਜਾਬ ਦੇ ਸੈਂਕੜੇ ਹਜ਼ਾਰਾਂ ਜਿਹੜੇ ਨੇ ਮਰੀਜ਼ ਉਹ ਮਰ ਰਹੇ ਸੀ, ਆਕਸੀਜਨ ਤੋਂ ਬਿਨਾਂ ਮਰ ਰਹੇ ਸੀਗੇ, ਦਵਾਈਆਂ ਤੋਂ ਬਿਨਾਂ ਮਰ ਰਹੇ ਸੀਗੇ, ਬੈੱਡਾਂ ਤੋਂ ਬਿਨਾਂ ਮਰ ਰਹੇ ਸੀਗੇ, ਹੋਰ ਜਿਹੜੇ ਵੈਂਟੀਲੇਟਰਸ ਤੋਂ ਬਿਨਾਂ ਜਿਹੜੇ ਨੇ ਉਹਦੇ ਤੋਂ ਬਿਨਾਂ ਜਿਹੜੇ ਤਰਾਹ ਕਰ ਰਹੇ ਸੀਗੇ, ਉਸ ਵੇਲੇ ਗਰਾਊਂਡ ਜ਼ੀਰੋ ਤੇ ਆ ਕੇ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਆਪਣੇ ਭਰੋਸੇ ਨੂੰ ਬਣਾਉਂਦੇ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਭਰੋਸਾ ਉਹ ਗਵਾ ਚੁੱਕੇ ਸੀਗੇ 4.5 ਸਾਲ ਤੋਂ। ਜੇ ਉਹਨਾਂ ਨੇ ਜ਼ਰੂਰੀ ਲਾਜ਼ਮੀ ਤੌਰ ਤੇ ਆਪਣਾ ਭਰੋਸਾ ਬਣਾਉਣਾ ਸੀਗਾ ਤਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਐਂਟਰੀ ਕਰਨੀ ਚਾਹੀਦੀ ਸੀਗੀ। ਆਪਣੇ ਉਸ ਵੇਲੇ ਜਦੋਂ ਪੰਜਾਬ ਜਿਹੜਾ ਬਿਲਕੁਲ ਵੱਡੇ ਸੰਕਟ ਚੋਂ ਘਿਰਿਆ ਹੋਇਆ ਸੀਗਾ, ਉਸ ਵੇਲੇ ਪੰਜਾਬ ਦੇ ਵਿੱਚ ਐਂਟਰੀ ਉਹਨਾਂ ਦੀ ਬਣਦੀ ਸੀਗੀ। ਹਰ ਮੁਖੀ ਦੀ, ਹਰ ਕਪਤਾਨ ਦੀ, ਆਪਾਂ ਇਹ ਕਹਿੰਦੇ ਕੱਲਾ ਕਪਤਾਨ ਬਣ ਜਾਣਾ ਕਾਫੀ ਨਹੀਂ ਹੁੰਦਾ, ਕਪਤਾਨ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਕਪਤਾਨ ਦੀ ਇੱਕ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਸਾਰੀਆਂ ਧਿਰਾਂ ਨੂੰ ਉਹਨੇ ਨਾਲ ਲੈ ਕੇ ਚੱਲਣਾ ਹੁੰਦਾ ਹੈ, ਔਰ ਆਪਣੀ ਜਿਹੜੀ ਪ੍ਰਜਾ ਹੈ, ਖਾਸ ਤੌਰ ਤੇ ਮੁੱਖ ਮੰਤਰੀ ਦੀ ਇੱਕ ਡਿਊਟੀ ਬਣਦੀ ਹੈ ਕਿ ਪ੍ਰਜਾ ਦੀ ਸੰਕਟਮਈ ਸਥਿਤੀ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਨੇ ਆਪਣੀ ਭਰੋਸੇਯੋਗਤਾ ਗਵਾਈ ਹੈ, ਕਿਉਂਕਿ ਉਹ ਲੰਬੇ ਸਮੇਂ ਤੋਂ ਇਸ ਪੰਜਾਬ ਦੇ ਵਿੱਚ ਨਹੀਂ ਵੜੇ। ਸੋ ਇਸ ਕਰਕੇ ਜੇਕਰ ਕੋਈ ਇਸ ਭਰੋਸੇਯੋਗਤਾ ਦੇ ਉੱਤੇ ਪ੍ਰਗਟ ਸਿੰਘ ਵਰਗਾ ਜਾਂ ਪ੍ਰਤਾਪ ਸਿੰਘ ਬਾਜਵਾ ਵਰਗਾ ਕੋਈ ਲੀਡਰ ਸਵਾਲ ਉਠਾਉਂਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਤੋਂ ਉਹਨਾਂ ਨੂੰ ਜਿਹੜਾ ਹੈਗਾ ਅਨੁਸ਼ਾਸਨੀ ਕਾਰਵਾਈ ਕਰਨ ਦੀਆਂ ਧਮਕੀਆਂ ਦੇਣੀਆਂ, ਤਾਂ ਲਾਜ਼ਮੀ ਤੌਰ ਤੇ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਪੋਲਰਾਈਜੇਸ਼ਨ ਹੈ ਕਾਂਗਰਸ ਦੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਹੋਰ ਵਧਣ ਦੀਆਂ ਸੰਭਾਵਨਾਵਾਂ ਨੇ। ਔਰ ਜੇਕਰ ਇਦਾਂ ਦੇ ਉਹ ਕਾਰਵਾਈਆਂ ਕਰਨਗੇ, ਇਦਾਂ ਦੀ ਬੇਭਰੋਸੇਯੋਗਤਾ ਜਿਹੜੀ ਹੈਗੀ ਹੈ ਜੀ, ਜੇਕਰ ਪ੍ਰਗਟ ਸਿੰਘ ਤੇ ਕੋਈ ਕਾਰਵਾਈ ਕਰਦੇ ਆ, ਇੱਕ ਤਰੀਕੇ ਦੇ ਨਾਲ ਬੇਵਸ ਹੋ ਕੇ ਪ੍ਰਗਟ ਸਿੰਘ ਦੇ ਉੱਪਰ ਕਾਰਵਾਈ ਕਰਨੀ, ਇਹ ਵੀ ਗੱਲ ਦਾ ਸੰਕੇਤ ਹੈ ਕਿ ਸਿੱਧੂ ਦਾ ਗੁੱਸਾ ਪ੍ਰਗਟ ਸਿੰਘ ਤੇ ਵੀ ਕੱਢਣ ਦੀ ਕੋਸ਼ਿਸ਼ ਹੈ, ਕਿਉਂਕਿ ਸਿੱਧੂ ਤੇ ਤਾਂ ਬੱਸ ਚੱਲਿਆ ਨਹੀਂ, ਕਿਉਂਕਿ ਸਿੱਧੂ ਤੇ ਤਾਂ ਇਹ ਕਹਿ ਕੇ ਹਟ ਗਏ ਸੀਗੇ ਕਿ ਭਾਈ ਇਹ ਮੈਂ ਕਰ ਦਾਂਗਾ, ਮੈਂ ਉਹ ਕਰ ਦਾਂਗਾ, ਪਰ ਉਹ ਤੇ ਕੋਈ ਬੱਸ ਨਹੀਂ ਚੱਲਿਆ। ਜੇਕਰ ਹੁਣ ਪ੍ਰਗਟ ਸਿੰਘ ਤੇ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਹੁੰਦੀ ਹੈ ਤਾਂ ਇੱਕ ਤਰੀਕੇ ਨਾਲ ਸਿੱਧੂ ਦਾ ਗੁੱਸਾ ਪ੍ਰਗਟ ਸਿੰਘ ਤੇ ਕੱਢਣ ਦੀ ਕੋਸ਼ਿਸ਼ ਹੈ। ਦੇਖੋ, ਇਹ ਪ੍ਰਗਟ ਸਿੰਘ ਦੇ ਗੁੱਸਾ ਜਾਂ ਆਪਾਂ ਕਹੀਏ ਕਿ ਸਿੱਧੂ ਹੋਰਾਂ ਦਾ ਗੁੱਸਾ ਇਸ ਵੇਲੇ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ, ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਏਦਾਂ ਦੀ ਪੋਜੀਸ਼ਨ ਨਹੀਂ ਹੈ ਕਿ ਉਹ ਕਿਸੇ ਨੂੰ ਖੁੱਡੇ ਲੈਣ ਲਾ ਲੇ, ਕਿਸੇ ਦੇ ਅਨੁਸ਼ਾਸਨੀ ਕਾਰਵਾਈ ਕਰਦੇ, ਏਦਾਂ ਦੀ ਪੋਜੀਸ਼ਨ 'ਚ ਨਹੀਂ ਹੈ ਇਸ ਵੇਲੇ ਕਾਂਗਰਸ ਤਾਂ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਇਸ ਵੇਲੇ। ਮੈਂ ਇਸ ਲਈ ਵੀਰੱਪਾ ਮੋਇਲੀ ਦੀ ਜਿਹੜੀ ਗੱਲਬਾਤ ਹੈ ਉਸਨੇ ਜਦੋਂ ਬਾਰ-ਬਾਰ ਇਹ ਗੱਲ ਕਹੀ ਹੈ ਕਿ ਇਸ ਵੇਲੇ ਵੱਡੀ ਸਰਜਰੀ ਦੀ ਲੋੜ ਹੈ ਕਾਂਗਰਸ ਨੂੰ, ਤਾਂ ਇਹਦੇ ਵਿੱਚ ਬਹੁਤ ਵੱਡੀ ਸੱਚਾਈ ਹੈ। ਸੁਖਿੰਦਰ ਜੀ, ਆਪਣੇ ਦਰਸ਼ਕਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਇਸ ਵੇਲੇ ਅੰਦਰੋਂ ਖਤਮ ਹੋ ਚੁੱਕੀ ਆ ਕਾਂਗਰਸ, ਚਾਹੇ ਉਹ ਸੰਗਠਨ ਦੇ ਤੌਰ ਤੇ ਹੋਵੇ, ਚਾਹੇ ਉਹ ਵਿਚਾਰਧਾਰਕ ਤੌਰ ਤੇ ਹੋਵੇ, ਚਾਹੇ ਉਹ ਵੱਖ-ਵੱਖ ਮਸਲਿਆਂ ਨੂੰ ਕਿਵੇਂ ਨਜਿੱਠਿਆ ਜਾਏ ਉਹਨਾਂ ਦੇ ਬਾਰੇ ਗੱਲਬਾਤ ਹੋਵੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਚਾਹੇ ਪੰਜਾਬ ਦੀ ਗੱਲ ਹੈ, ਚਾਹੇ ਨੈਸ਼ਨਲ ਲੈਵਲ ਦੀ ਕਾਂਗਰਸ ਦੀ ਗੱਲ ਹੈ, ਇਸ ਕਾਂਗਰਸ ਦੇ ਵਿੱਚ ਤਾਕਤ ਨਹੀਂ ਹੈ ਕਿ ਇਸ ਕਿਸਮ ਦੇ ਵੱਡੇ ਫੈਸਲੇ ਲੈ ਕੇ ਕਿਸੇ ਨੂੰ ਅਨੁਸ਼ਾਸਨੀ ਕਾਰਵਾਈ ਦੇ ਵਿੱਚੋਂ ਬਾਹਰ ਕੱਢ ਦੇ ਜਾਂ ਪਾਰਟੀ ਚੋਂ ਬਾਹਰ ਕੱਢ। ਏਡਾ ਦਾ ਵੱਡਾ ਸਟੈਪ ਉਹ ਵੀ ਹੁਣ ਜਦੋਂ 22 ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਸੋ ਇਦਾਂ ਦੇ ਇਹ ਮੈਨੂੰ ਲੱਗਦਾ ਕਿ ਗਿੱਦੜ ਭਬਕੀਆਂ ਜ਼ਰੂਰ ਨੇ, ਪਰ ਇਦਾਂ ਦੀ ਕਾਰਵਾਈ ਕਰਨ ਦੇ ਜਿਹੜੀ ਹੈਗੀ ਹੈ ਇਸ ਵੇਲੇ ਸਥਿਤੀ 'ਚ ਨਹੀਂ ਹੈ, ਚਾਹੇ ਹੁਣ ਪੰਜਾਬ ਦੀ ਕਾਂਗਰਸ ਹੈ, ਚਾਹੇ ਨੈਸ਼ਨਲ ਲੈਵਲ ਦੀ ਕਾਂਗਰਸ ਹੈ। ਸੋ ਇਹ ਸਿਰਫ ਗਿੱਦੜ ਭਬਕੀਆਂ ਨੇ ਸੁਖਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ-ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਹੜੇ ਰਾਜਨੀਤਿਕ ਮਾਹਰ ਦੇ ਤੌਰ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਸੀ ਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ
ਤੇ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਪਰ ਉਹਨਾਂ ਦੇ ਵੱਲੋਂ ਸਾਡੇ ਨਾਲ ਵਿਸਥਾਰਪੂਰਵਕ ਜਿਹੜੀ ਚਰਚਾ ਕੀਤੀ ਗਈ ਹੈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਹੋਰਾਂ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।